ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਜੀਤ ਵੈਬ ਟੀਵੀ ਦੇ ਦਰਸ਼ਕਾਂ ਨੂੰ ਪੱਤਰਕਾਰ ਦਰਾਜ ਸਿੰਘ ਬਲਾਚੌਰੀਆ ਵੱਲੋਂ ਸਤਿ ਸ੍ਰੀ ਅਕਾਲ। ਦੇਸ਼ ਦੀ ਆਜ਼ਾਦੀ ਦੀਆਂ ਲਈ ਚੱਲੀਆਂ ਲਹਿਰਾਂ ਵਿੱਚੋਂ ਇੱਕ ਪ੍ਰਮੁੱਖ ਲਹਿਰ ਸੀ ਬਾਬਾ ਅਕਾਲੀ ਲਹਿਰ, ਜਿਨ੍ਹਾਂ ਦੇ ਮੁਖੀ ਬਾਬਾ ਅਕਾਲੀ ਅਮਰ ਸ਼ਹੀਦ ਸਰ ਰਤਨ ਸਿੰਘ ਲੱਕੜ ਸਾਡੇ ਬਲਾਚੌਰ ਇਲਾਕੇ ਦੇ ਜੰਪਲ ਸਨ ਅਤੇ ਮਾਣਮੱਤੀ ਲਹਿਰ ਸੀ। ਉਹ ਲੋਕਾਂ ਨੂੰ ਸੁੱਖ ਦੇਣ ਲਈ ਆਪ ਦੁੱਖ ਵੀ ਕੱਟੇ ਅਤੇ ਆਪਣੇ ਸੰਘਰਸ਼ ਵਿੱਚ ਉਹ ਅਜਿਹੇ ਕਾਲੇ ਪਾਣੀ ਦੀ ਸਜ਼ਾ ਮਿਲੀ ਉਹਨਾਂ ਨੂੰ ਜਿੱਥੇ ਕੋਈ ਬੰਦਾ ਵਾਪਸ ਨਹੀਂ ਆ ਸਕਦਾ ਸੀ, ਪਰ ਲੇਕਿਨ ਉਹ ਇੱਡੇ ਜੋਧੇ ਸੀ ਅਤੇ ਉਹਨਾਂ ਨੂੰ ਅੰਗਰੇਜ਼ ਸਰਕਾਰ ਨੇ ਮਜਬੂਰ ਹੋ ਕੇ ਵਾਪਸ ਉਹਨਾਂ ਨੂੰ ਲਾਹੌਰ ਭੇਜਣਾ ਪਿਆ। ਉਸ ਸੰਬੰਧ ਵਿੱਚ ਉਹਨਾਂ ਦੇ ਪੋਤਰੇ ਹੈੱਡ ਮਾਸਟਰ ਸਰ ਜੁਝਾਰ ਸਿੰਘ ਰੱਕੜ ਜੀ ਨਾਲ ਕੁਛ ਗੱਲਬਾਤ ਕਰ ਰਹੇ ਹਾਂ, ਜੋ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦੀ ਰੂਬਰੂ ਕੀਤੀ ਜਾ ਰਹੀ ਹੈ। ਰੱਕੜ ਸਾਹਿਬ, ਉਹਨਾਂ ਦੇ ਜੀਵਨ ਅਤੇ ਫਲਸਫੇ 'ਤੇ ਰੋਸ਼ਨੀ ਪਾਓ ਜੀ। ਬਾਬਾ ਅਕਾਲੀ ਲਹਿਰ ਅੰਗਰੇਜ਼ ਸਾਮਰਾਜ ਦੇ ਵਿਰੁੱਧ ਹਥਿਆਰਬੰਦ ਸੰਘਰਸ਼ ਸੀ। ਜੀ ਜੀ। ਬਬਰਾਂ ਦੀ ਇਹ ਸੋਚ ਬਿਲਕੁਲ ਠੀਕ ਸੀ ਕਿ ਹਥਿਆਰਬੰਦ ਸੰਘਰਸ਼ ਕਿਸਾਨੀ ਸ਼੍ਰੇਣੀ ਨੂੰ ਤਿਆਰ ਕਰਕੇ ਹੀ ਕੀਤਾ ਜਾ ਸਕਦਾ ਹੈ। ਇਸ ਕਰਕੇ ਇਸ ਬਬਰਾ ਅਕਾਲੀਆਂ ਨੇ ਪਿੰਡਾਂ ਦੇ ਵਿੱਚ ਆ ਕੇ ਆਪਣਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਧਰ ਅੰਗਰੇਜ਼ ਸਾਮਰਾਜ ਨੇ ਉਸ ਵੇਲੇ ਨਾ ਤਾਂ ਕੋਈ ਆਵਾਜਾਈ ਦੇ ਸਾਧਨ ਸਨ। ਮਾਟਰੀ ਆਪਣੀ ਬਾਬਾ ਅਕਾਲੀ ਲਹਿਰ ਦੇ ਮੋਢੀ ਕੌਣ ਸੀ? ਬਾਬਾ ਅਕਾਲੀ ਲਹਿਰ ਦੇ ਮੋਢੀ ਤਾਂ ਮਾਸਟਰ ਮੋਤਾ ਸਿੰਘ ਅਸਲ ਦੇ ਵਿੱਚ ਸੀ ਜੀ। ਬਾਬਾ ਅਕਾਲੀ ਲਹਿਰ ਜੋ ਹੈ ਇਹ ਮਾਸਟਰ ਮੋਤਾ ਸਿੰਘ ਪਤਾਰੇ ਵਾਲੇ ਦੀ ਦਿਮਾਗ ਦੀ ਕਾਢ ਹੈ ਅਤੇ ਉਹ ਛੇਤੀ ਉਹ ਗ੍ਰਿਫਤਾਰ ਹੋ ਗਏ ਸੀਗੇ। ਉਹਨਾਂ ਦੇ ਮਗਰੋਂ ਕਿਸ਼ਨ ਸਿੰਘ ਬੜਿੰਗ ਇਸ ਲਹਿਰ ਦਾ ਮੁਖੀ ਬਣਿਆ। ਕਿਸ਼ਨ ਸਿੰਘ ਬੜਿੰਗ ਪਿੰਡ ਜਲੰਧਰ ਦੇ ਵਿੱਚ, ਜਲੰਧਰ ਛਾਉਣੀ ਦੇ ਲਾਗੇ ਪਿੰਡ ਹੈ, ਉੱਥੋਂ ਦੇ ਰਹਿਣ ਵਾਲੇ ਸਨ। ਉਹ ਵੀ ਮਿਲਟਰੀ ਦੇ ਵਿੱਚੋਂ ਰਿਟਾਇਰ ਹੋ ਕੇ ਆਏ ਸਨ ਅਤੇ ਉਹਨਾਂ ਨੇ ਆਪਣਾ ਉਹ ਜਿਹੜੀਆਂ ਇਹ ਮੀਟਿੰਗਾਂ ਮਾਸਟਰ ਮੋਤਾ ਸਿੰਘ ਨੇ ਉਹ ਕੀਤੀਆਂ, ਉਹਨਾਂ ਦੇ ਵਿੱਚ ਉਹ ਜਾਂਦੇ ਸਨ। ਖਾਸ ਕਰ ਹੁਸ਼ਿਆਰਪੁਰ ਦੇ ਵਿੱਚ ਉਹ ਸਿੱਖ ਐਜੂਕੇਸ਼ਨਲ ਕਾਨਫਰੰਸ ਹੋ ਰਹੀ ਸੀਗੀ ਅਤੇ ਉਸ ਦੇ ਵਿੱਚ ਉਹ ਆਪਣੀ ਬਾਬਾ ਸਾਹਿਬ ਕਦੋਂ ਸ਼ਾਮਲ ਹੋਏ ਇਸ ਲਹਿਰ 'ਚ? ਕਦੋਂ ਸ਼ਾਮਲ ਹੋਏ ਸੀ ਬਾਬਾ ਸਾਹਿਬ? ਬਾਬਾ ਰਤਨ ਸਿੰਘ, ਹਾਂਜੀ ਹਾਂਜੀ। ਬਾਬਾ ਰਤਨ ਸਿੰਘ ਰੱਕੜ ਤਾਂ ਅਸਲ ਵਿੱਚ 1900 ਫਰਵਰੀ 1919 ਦੇ ਵਿੱਚ 2 ਬਾਈ ਪੰਜਾਬੀ ਲਹਿਰ ਤੋਂ ਡਿਸਚਾਰਜ ਲੈ ਕੇ ਰੋਲਟ ਐਕਟ ਦੇ ਵਿਰੁੱਧ ਡਿਸਚਾਰਜ ਉਹਨਾਂ ਨੇ ਲਿਆ ਸੀ। ਆ ਕੇ ਉਹਨਾਂ ਨੇ ਬਾਬਾ ਅਕਾਲੀ ਲਹਿਰ ਤੋਂ ਪਹਿਲਾਂ ਵੀ ਇਸ ਦੇਸ਼ ਦੇ ਵਿੱਚ ਲਹਿਰਾਂ ਦੇ ਵਿੱਚ ਹਿੱਸਾ ਲਿਆ। 1922 ਦੇ ਵਿੱਚ ਜਦੋਂ ਬਾਬਾ ਅਕਾਲੀ ਲਹਿਰ ਜ਼ੋਰਾਂ ਦੇ ਸੀਗੀ, ਉਸ ਵੇਲੇ ਉਹਨਾਂ ਦੇ ਪਿੰਡ ਦੇ ਉੱਤੇ ਛਾਪਾ ਮਾਰਿਆ ਗਿਆ, ਅਸਲਾ ਬਰਾਮਦ ਹੋਇਆ। ਉਸ ਐਕਸਪਲੋਸਿਵ ਸਬਸਟੈਂਸਿਸ ਐਕਟ, ਇਲੀਸਿਟ ਐਕਟ ਦੇ ਤਹਿਤ ਉਹਨਾਂ ਨੂੰ 1922 ਦੇ ਵਿੱਚ 5 ਸਾਲ ਦੀ ਸਜ਼ਾ ਹੋਈ। ਬਾਬਾ ਸਾਹਿਬ ਕਿਹੜੀ ਬਟਾਲੀਅਨ ਸੀਗੇ, ਕਿਹੜੀ ਆਪਣੀ ਫੌਜ ਵਿੱਚ ਸੀਗੇ? ਉਹ ਕਿਹੜੀ ਬਟਾਲੀਅਨ? 4 ਹਡਸਨ। ਬਾਬਰ ਸਾਹਿਬ ਪਹਿਲਾਂ ਉਹਨਾਂ ਨੇ 4 ਹਡਸਨ ਹਾਰਸ ਦੇ ਵਿੱਚ ਉਹ ਸੇਵਾ ਕੀਤੀ। ਫਿਰ ਉਹ 2 ਬਾਈ ਪੰਜਾਬੀ ਬਟਾਲੀਅਨ ਦੇ ਵਿੱਚ ਉਹ ਭਰਤੀ ਹੋਏ, ਜਿਹਦੇ ਵਿੱਚੋਂ ਉਹ 1900 ਫਰਵਰੀ 1919 ਦੇ ਵਿੱਚ ਉਹ ਡਿਸਚਾਰਜ ਲੈ ਕੇ ਆਏ। ਅਤੇ ਉਹ ਬਾਬਾ ਅਕਾਲੀ ਲਹਿਰ ਵੇਲੇ 1922 ਦੇ ਵਿੱਚ ਸਬਸਟੈਂਸਿਸ, ਐਕਸਪਲੋਸਿਵ ਸਬਸਟੈਂਸਿਸ ਐਕਟ ਅਤੇ ਇਲੀਸਿਟ ਆਰਮਸ ਦੇ ਤਹਿਤ ਉਹਨਾਂ ਨੂੰ 5 ਸਾਲ ਦੀ ਸਜ਼ਾ ਹੋਈ। ਉਸ ਵੇਲੇ ਉਹ ਕੋਈ ਖਾਸ ਰੋਲ ਆਧਾਰ ਸਜ਼ਾ ਹੋਣ ਕਰਕੇ, ਜੇਲ੍ਹਾਂ ਦੇ ਵਿੱਚ ਹੋਣ ਕਰਕੇ ਉਹ ਅਦਾ ਨਹੀਂ ਕਰੇਗਾ। 1927 ਦੇ ਵਿੱਚ ਜਦੋਂ ਜੇਲ੍ਹ ਦੇ ਵਿੱਚੋਂ ਵਾਪਸ ਆਏ ਬਾਬਾ ਅਕਾਲੀ ਲਹਿਰ, ਤਾਂ ਉਸ ਵੇਲੇ
ਖੇਰੂ ਖੇਰੂ ਹੋ ਚੁੱਕੀ ਸੀਗੀ, ਦਵਾ ਸਜ਼ਾਵਾਂ ਹੋ ਚੁੱਕੀਆਂ ਸਨ। ਤੇ ਉਸ ਬੱਬਰ ਅਕਾਲੀ ਲਹਿਰ ਨੂੰ ਮੁੜ ਸਰਜੀਤ ਕਰਨ ਦਾ ਉਹ ਯਤਨ ਕਰ ਰਹੇ ਸਨ ਇਕੱਲੇ ਹੀ। ਤੇ ਉਸ ਵਾਸਤੇ ਅਸਲਾ ਬੰਬ ਵਗੈਰਾ ਬਣਾਉਣੇ ਸ਼ੁਰੂ ਕੀਤੇ। ਉਹਨਾਂ ਦਾ ਇੱਕ ਸਾਥੀ ਕਰੋੜਾ ਸਿੰਘ ਸੀਗਾ, ਜ਼ਿਲ੍ਹਾ ਅੰਬਾਲੇ ਦਾ ਰਹਿਣ ਵਾਲਾ। ਉਹਨਾਂ ਦੀ ਮਦਦ ਦੇ ਨਾਲ ਤੇ ਜਦੋਂ ਪੁਲਿਸ ਦੇ ਇੱਥੇ ਛਾਪੇ ਪਏ ਤੇ ਬਰਾਮਦ ਹੋਏ, 5 ਸਾਲ ਦੀ ਸਜ਼ਾ ਹੋਈ। ਤੇ 1927 ਦੇ ਵਿੱਚ ਆ ਕੇ ਉਹਨਾਂ ਨੇ ਦੁਬਾਰਾ ਇਹ ਸੁਰਜੀਤ ਕੀਤਾ ਕਰ ਰਹੇ ਸਨ ਬੱਬਰ ਅਕਾਲੀ ਲਹਿਰ। ਨਹੀਂ, ਇਸ ਇਲਾਕੇ ਵਿੱਚ ਹੀ ਉਹਨਾਂ ਦੇ ਸਾਥੀ ਸੀਗੇ? ਤੁਹਾਡੇ ਪਿੰਡ ਵਿੱਚ ਹੋਰ ਵੀ ਸਾਥੀ ਸੀ ਉਹਨਾਂ ਦੇ? ਉਸ ਵੇਲੇ ਉਹ ਅਸਲਾ ਤਿਆਰ ਕਰਕੇ ਜਥੇਬੰਦ ਕਰਨ ਦਾ ਯਤਨ ਕਰ ਰਹੇ ਸਨ। ਤੇ ਸਾਥੀ ਤਾਂ ਇੱਕੋ ਹੀ ਨਜ਼ਰ ਆ ਰਿਹਾ ਸੀਗਾ, ਇੱਕ ਕਰੋੜਾ ਸਿੰਘ ਹੀ। ਕਰੋੜਾ ਸਿੰਘ ਲੇਕਿਨ ਐਕਟਿਵ ਪਾਰਟ ਉਹ ਤਾਂ ਅੰਬਾਲੇ ਤੋਂ ਸੀ। ਹਾਂ, ਉਹ ਤਾਂ ਅੰਬਾਲੇ ਤੋਂ ਸੀ। ਨਹੀਂ, ਆਪਣੀ ਬਲਾਚੌਰ ਇਲਾਕੇ 'ਚ ਕੋਈ ਇਲਾਕੇ ਦਾ ਇੱਦਾਂ ਦਾ ਕੋਈ ਸਾਥੀ ਨਹੀਂ ਸੀਗਾ। ਇਹੋ ਹੀ ਉਹਨਾਂ ਦੀ ਇੱਕ ਸੀ ਕਿ ਉਹ ਇਕੱਲਾ ਯੋਧਾ ਹੀ ਇਸ ਲਹਿਰ ਨੂੰ ਸੁਰਜੀਤ ਕਰਨ ਵਾਸਤੇ ਅੰਗਰੇਜ਼ ਸਰਕਾਰ ਦੇ ਵਿਰੁੱਧ ਇਕੱਲਾ ਯੋਧਾ ਹੀ ਲੜ ਰਿਹਾ ਸੀ। ਜੇ ਉਹਨਾਂ ਨੂੰ ਕੋਈ, ਜਿਸ ਵੇਲੇ ਬੱਬਰ ਲਹਿਰ ਸਿਰੇ ਦੀ ਸੀਗੀ, ਉਸ ਵੇਲੇ ਜਥੇਬੰਦਕ ਤੌਰ 'ਤੇ ਹੋਰ ਸਾਥੀ ਵੀ ਸੀਗੇ। ਜੇ ਉਹਨਾਂ ਨੂੰ ਕੋਈ ਆਲਾ ਦਰਜੇ ਦਾ ਸਾਥੀ ਕੋਈ ਮਿਲ ਜਾਂਦਾ, ਸ਼ਾਇਦ ਉਹ ਹੋਰ ਵੀ ਉਹ ਚੰਗਾ ਕੰਮ ਕਰਦੇ। ਇਤਿਹਾਸਕਾਰ ਤਾਂ ਇਹੋ ਹੀ ਲਿਖ ਰਹੇ ਹੈ ਕਿ 30th ਦੇ ਵਿੱਚ, 30ਵੇਂ ਦੇ ਵਿੱਚ ਉਹਨਾਂ ਨੇ, ਬੱਬਰ ਸਾਹਿਬ ਨੇ ਹੈਰਾਨੀਜਨਕ ਕਾਰਵਾਈਆਂ ਕੀਤੀਆਂ। ਉਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਕਿਉਂ ਹੋਈ ਸੀ? 1931 ਕਾਲੇ ਪਾਣੀ ਦੀ ਸਜ਼ਾ 1931 ਦੇ ਵਿੱਚ ਕਿਹੜੀ ਦੋਸ਼ ਅਧੀਨ ਹੋਈ? ਸ਼੍ਰੀ ਰੰਗੀ ਲਾਲ ਸੈਸ਼ਨ ਜੱਜ ਹੁਸ਼ਿਆਰਪੁਰ ਦਾ ਸੀ। ਉਹ ਉਹਨਾਂ ਦੇ ਉੱਤੇ 3 ਕੇਸ ਸਨ। ਪੁਲਿਸ ਨੂੰ ਦਹਿਸ਼ਤ ਦੇਣੀ, ਅਸਲਾ ਤਿਆਰ ਕਰਨਾ ਤੇ ਇਸ ਤਰ੍ਹਾਂ ਦਾ ਉਹਨਾਂ ਦੇ ਉੱਤੇ। ਦਹਿਸ਼ਤ ਕੀ ਕੀਤਾ ਸੀ ਉਦੋਂ? ਦਹਿਸ਼ਤ ਉਹਨਾਂ ਨੇ ਉਹ ਕੀ ਹੈ, ਪੁਲਿਸ ਥਾਣਿਆਂ ਦੇ ਉੱਤੇ ਬੰਬ ਚਲਾਏ ਸੀਗੇ। 1930 ਦੇ ਵਿੱਚ ਇਸ਼ਤਿਹਾਰ ਕੱਢਿਆ ਸੀਗਾ ਕਿ ਜੇ ਅੰਗਰੇਜ਼ ਸਰਕਾਰ ਹਿੰਦੁਸਤਾਨ ਦੇ ਵਿੱਚ ਨਾ ਗਏ ਤਾਂ ਅਸੀਂ ਇੱਕੋ ਦਿਨ ਦੇ ਵਿੱਚ ਹੀ ਤਬਾਹੀ ਮਚਾ ਦਿਆਂਗੇ। ਇਹ 3 ਥਾਣਿਆਂ ਦੇ ਉੱਤੇ, ਬਲਾਚੌਰ, ਗੜਸ਼ੰਕਰ ਤੇ ਮਾਲਪੁਰ ਥਾਣੇ ਦੇ ਵਿੱਚ ਉਹ ਕਾਮਯਾਬ ਹੋਏ ਬੰਬ ਚਲਾਉਣ ਦੇ ਵਿੱਚ। ਲੇਕਿਨ ਰਾਹੋਂ ਥਾਣੇ ਦੇ ਵਿੱਚ ਉਹਨਾਂ ਨੂੰ ਕੁਝ ਰੁਕਾਵਟ ਪਈ। ਉਸ ਵੇਲੇ ਉਹਨਾਂ ਨੂੰ, ਉਹ ਥਾਣੇਦਾਰ ਕਿਤੇ ਗਿਆ ਹੋਇਆ ਸੀਗਾ ਤੇ ਪੁਲਿਸ ਪਾਰਟੀ ਦੇ ਸਮੇਤ, ਤੇ ਰਾਹੋਂ ਦੇ ਵਿੱਚ ਉਹ ਨਹੀਂ ਚਲਾ ਸਕੇ। ਹਾਂ, ਉੱਥੇ ਇੱਕ ਘਟਨਾ ਜ਼ਰੂਰ ਆ ਰਹੀ ਆ ਉੱਥੇ ਕਿ ਇੱਕ ਡੇਰੇ ਦੇ ਵਿੱਚ ਕੋਈ ਸਾਧ ਦੇ ਰੂਪ ਵਿੱਚ ਨਨਕਾਣਾ ਸਾਹਿਬ ਦਾ ਇਹ ਘਟਨਾ ਦੇ ਵਿੱਚ ਜੋ ਵਾਪਰੀ ਹੈ, ਉਹਦੇ ਜ਼ਿੰਮੇਵਾਰ ਸੰਤ ਦਾ, ਜ਼ਿੰਮੇਵਾਰ ਉਹਦਾ ਨਨਕਾਣਾ ਸਾਹਿਬ ਦਾ ਜੋ ਕਿ ਮਹੰਤ ਸੀ ਤੇ ਉਹਦਾ ਕੋਈ ਸਾਥੀ ਸੀ। ਉੱਥੇ ਕੋਈ ਰਹਿ ਰਿਹਾ ਸੀਗਾ ਤੇ ਉਹ ਕੋਈ ਭੇਸ ਬਣਾ ਕੇ, ਸਾਧੂ ਦੇ ਭੇਸ ਦੇ ਵਿੱਚ ਰਹਿ ਰਿਹਾ ਸੀਗਾ। ਉਹ ਤੰਬੂ ਬਣਾ ਕੇ ਉਹ ਆਲੇ ਦੁਆਲੇ 4 ਦੀਵਾਰੀ ਸੀਗੀ। ਉਹ 4 ਦੀਵਾਰੀ ਦੇ ਉੱਤੋਂ ਉਹਦੇ ਉੱਤੇ ਉਹ ਬੰਬ ਜ਼ਰੂਰ ਚਲਾਏ ਆ ਤੇ ਉਹ ਤਾਂ ਉਹ ਬਚ ਗਿਆ। ਲੇਕਿਨ ਸ਼ਹਿਰ ਦੇ ਵਿੱਚ ਇਹ ਰੌਲਾ ਪੈ ਗਿਆ ਪੁਲਿਸ ਨੂੰ ਕਿ ਇਹ ਬੰਬ ਇੱਥੇ ਚਲਾਏ ਗਏ ਹੈਗੇ ਆ। ਤੇ ਪੁਲਿਸ ਚੌਕਸ ਹੋਈ। ਉਹ ਥਾਣੇਦਾਰ ਨੂੰ ਲੈਣ ਵਾਸਤੇ ਨੇੜੇ ਹੀ ਕਿਸੇ ਪਿੰਡ ਦੇ ਵਿੱਚ ਥਾਣੇਦਾਰ ਗਿਆ ਹੋਇਆ ਸੀਗਾ ਤੇ ਉੱਧਰ ਨੂੰ ਤੇ ਉਸੇ ਪਾਸੇ ਨੂੰ ਇਹ ਬਾਬਾ ਰਤਨ ਸਿੰਘ ਰੱਖੜ ਤੁਰ ਪਏ ਪੁਲਿਸ ਦੇ ਪਿੱਛੇ। ਤੇ ਔਰ ਰਸਤੇ ਦੇ ਵਿੱਚੋਂ ਉਹ ਜਿਹੜੇ ਰੁੱਕਾ ਲੈ ਕੇ ਕੋਲ ਲਿਜਾ ਰਹੇ ਸੀਗੇ, ਉਹਨਾਂ ਨੂੰ ਕਿਹਾ ਕਿ ਤੁਸੀਂ, ਮੈਂ ਰੁੱਕਾ ਮੈਂ ਪਹੁੰਚਾ ਦਿੰਦਾ ਹਾਂ, ਤੁਸੀਂ ਚਿੰਤਾ ਨਾ ਕਰੋ, ਤੁਸੀਂ ਆਪਣੇ ਥਾਣੇ ਨੂੰ ਵਾਪਸ ਭੇਜੋ। ਤੇ ਫਿਰ ਉਸ ਪਿੰਡ ਦੇ ਵਿੱਚ ਉਹ ਜਿੱਥੇ ਥਾਣੇਦਾਰ ਰਹਿ ਰਿਹਾ ਸੀਗਾ, ਰੰਗ ਰਲੀਆਂ ਮਿਲਾ ਰਿਹਾ ਸੀਗਾ, ਸ਼ਰਾਬ ਵਗੈਰਾ ਪੀ ਰਿਹਾ ਸੀਗਾ, ਉੱਥੇ ਉਹਨਾਂ ਨੇ ਉਹ ਸੌਦਾ ਲਾਇਆ ਜੀ। ਬੰਬ ਜ਼ਰੂਰ ਉੱਥੇ ਚਲਾਏ ਆ ਤੇ ਘੋੜੇ ਵਗੈਰਾ ਦੌੜਨ ਗਏ ਆ ਚਲਾ ਕੇ। ਉਹ ਵਾਪਸ ਤੁਰ ਪਏ ਆ। ਨਾਲ ਉਹਨਾਂ ਦੇ ਸਾਥੀ ਇੱਕ ਅਮਰ ਸਿੰਘ ਇੱਥੋਂ ਦਾ ਸੁੱਧੇ ਮਾਜਰੇ ਦਾ ਉਸ ਵੇਲੇ ਇੱਕ ਆ ਰਿਹਾ ਹੈਗਾ ਆ। ਤੇ ਆਪਣੀ ਕਿੰਨਾ ਟਾਈਮ ਸਜ਼ਾ ਕੱਟੀ ਉੱਥੇ ਆਪਣੀ ਇਹਨਾਂ ਨੇ ਕਾਲੇ ਪਾਣੀ 'ਚ?
ਕਾਲੇ ਪਾਣੀ ਤਾਂ ਉਹਨਾਂ ਨੇ ਸਜ਼ਾ ਬਹੁਤ ਕੋਈ 5-4 ਮਹੀਨੇ ਉੱਥੇ ਕਾਲੇ ਪਾਣੀ ਦੀ ਸਜ਼ਾ ਰਹੀ ਆ। ਕਾਲੇ ਪਾਣੀ ਬਗਾਵਤ ਕਰਾਤੀ ਗਈ ਸੀਗੀ ਤੇ ਕਾਲੇ ਪਾਣੀ ਉਹਨਾਂ ਨੂੰ ਉੱਥੋਂ ਵਾਪਸ ਭੇਜ ਦਿੱਤਾ ਲਾਹੌਰ ਸੈਂਟਰ ਜੇਲ੍ਹ ਦੇ ਵਿੱਚ। ਹਾਂ, ਕਾਲੇ ਪਾਣੀ ਇਹੋ ਤਾਂ ਇੱਕ ਮਾਰਕਾ ਹੈ ਕਿ ਕਾਲੇ ਪਾਣੀ ਦੇ ਵਿੱਚ ਜਿਹੜਾ ਬੰਦਾ ਗਿਆ ਮੁੜ ਕੇ ਵਾਪਸ ਨਹੀਂ ਸੀ ਕੋਈ ਆਉਂਦਾ। ਉਹ ਜਿਉਂਦਾ ਹੀ ਉੱਥੇ ਇੰਨਾ ਤਸ਼ੱਦਦ ਸੀ ਬਹੁਤ ਸਾਰੇ, ਤੇ ਉਹ ਕਾਲੇ ਪਾਣੀ ਦੇ ਜਿਹੜੇ ਕੈਦੀ ਸੀਗੇ ਉਹ ਖਤਮ ਹੋ ਜਾਂਦੇ ਸਨ, ਨਾ ਉਹਨਾਂ ਨੂੰ ਕੁਝ। ਇੱਕ ਇਤਿਹਾਸ ਬਣਾਤਾ ਕਿ ਉਹ ਜਿੰਦੇ ਵਾਪਸ ਉੱਥੋਂ ਆਏ ਹੈ ਜੀ। ਇੱਕ ਇਤਿਹਾਸ ਬਣਾਤਾ ਉਹਨਾਂ ਨੇ ਕਿ ਉਹ ਜਿੰਦੇ ਜੀ ਵਾਪਸ ਆਏ। ਕੋਈ ਇੱਕ ਯੋਧਾ ਸੀਗਾ ਜਿਹੜਾ ਕਾਲੇ ਪਾਣੀ ਦੇ ਵਿੱਚੋਂ ਕਾਲੇ ਪਾਣੀ ਨੇ ਵਾਪਸ ਆਇਆ, ਨਹੀਂ ਤਾਂ ਲੋਕ ਉੱਥੋਂ ਦੇ ਜਿਹੜੇ ਕਾਲੇ ਪਾਣੀ ਚਲੇ ਉਹਨਾਂ ਦਾ ਜਿਉਂਦਿਆਂ ਦਾ ਭੋਗ ਪਾ ਦਿੰਦੇ ਸੀ। ਕਹਿੰਦੇ ਇਹ ਇੱਕ ਮਾਰਕੇ ਦੀ ਗੱਲ ਹੈ ਕਿ ਕਾਲੇ ਪਾਣੀ ਵੀ ਉਹਨਾਂ ਨੂੰ ਜੇਲ੍ਹ ਜਿਹੜੀ ਹੈ ਉਹ ਡੱਕ ਨਹੀਂ ਸਕੀ। ਆਪਣੇ ਇੱਥੇ ਮੁਕਾਬਲਾ ਕਿਉਂ ਚੱਲਿਆ ਜੀ? ਆਪਣੇ ਰੋੜਕੀ ਕਿਹੜਾ ਪਿੰਡ ਹੈਗਾ ਤੁਸੀਂ? ਹਾਂਜੀ, ਕਿੱਦਾਂ ਪਤਾ ਲੱਗਿਆ ਜੀ ਉਹਨਾਂ ਨੂੰ? ਹਾਂਜੀ, ਜੋ ਵੀ ਇੱਥੇ ਕਾਂਡ ਚ ਵਾਪਰਿਆ। ਪਰ ਜਦੋਂ ਕਾਲੇ ਪਾਣੀ ਤੋਂ ਵਾਪਸ ਆਏ ਨਰਮਾਣਾ ਸਟੇਸ਼ਨ ਤੋਂ ਭੱਜ ਕੇ ਉਹ ਪੁਲਿਸ ਦੇ ਨਾਲ ਲੁਕਣ ਮਿੱਟੀ ਖੇਡਦੇ ਹੋਏ ਉਹ ਪੁੱਜੇ ਰੁੜਕੀ, ਪਹਿਲਾਂ ਸਿੰਬਲੀ ਪੁੱਜੇ, ਫਿਰ ਉਹ ਰੁੜਕੀ ਖਾਸ ਉਹਨਾਂ ਦਾ ਆਖਰੀ ਟਿਕਾਣਾ ਸੀਗਾ। ਰੁੜਕੀ ਖਾਸ ਦੇ ਵਿੱਚ ਬੜੇ ਗੁਮਨਾਮ ਦੇਸ਼ ਭਗਤ ਹੋਏ ਆ ਜਿਨ੍ਹਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਹੈ। ਤੇ ਉਹਨਾਂ ਦਿਨਾਂ ਦੇ ਵਿੱਚ 25 ਜੂਨ 1932 ਨੂੰ ਉਹਨਾਂ ਦੇ ਮਨ ਦੇ ਵਿੱਚ ਇੱਕ ਆਇਆ, ਸਾਡੇ ਪਿੰਡ ਦੇ ਵਿੱਚ ਮੱਲ ਸਿੰਘ ਪੁੱਤਰ ਕੂੜਾ, ਉਸ ਨੇ ਜਦੋਂ ਪੁਲਿਸ ਦੇ ਰੇਡ ਜਲੰਧਰ ਦੀ ਪੁਲਿਸ ਤੇ ਹੁਸ਼ਿਆਰਪੁਰ ਦੀ ਪੁਲਿਸ ਇੱਥੇ ਉਹ ਪਿੰਡ ਦੇ ਵਿੱਚ ਛਾਪਾ ਮਾਰ ਰਹੇ ਸੀ, ਪੁਲਿਸ ਦੀ ਅਗਵਾਈ ਕੀਤੀ ਕਿਉਂਕਿ ਉਹਨਾਂ ਦੇ ਪਿਤਾ ਜਵਾਹਰ ਸਿੰਘ ਲੰਬੜਦਾਰ ਨੇ ਪੁਲਿਸ ਨੂੰ ਕੋਈ ਸਹਿਯੋਗ ਨਹੀਂ ਦਿੱਤਾ। ਉਹ ਅੰਗਰੇਜ਼ ਸਰਕਾਰ ਨੇ ਜਵਾਹਰ ਸਿੰਘ ਦੀ ਲੰਬੜਦਾਰੀ ਖਤਮ ਕਰਕੇ ਉਹ ਮੱਲ ਸਿੰਘ ਨੂੰ ਲੰਬੜਦਾਰੀ ਦੇ ਦਿੱਤੀ। ਉਹ ਮੱਲ ਸਿੰਘ ਨੇ ਉਹਨਾਂ ਦੇ ਨਾਲ ਉਹ ਬੜੀ ਵਧੀਕੀ ਕੀਤੀ, ਇੱਕ ਕਿਸਮ ਦੀ ਗਦਾਰੀ ਕੀਤੀ। ਉਹਨਾਂ ਦੇ ਦਿਮਾਗ ਦੇ ਵਿੱਚ ਸੇ ਮੱਲ ਸਿੰਘ ਨੂੰ ਚੇਤਾਵਨੀ ਦੇਣ ਵਾਸਤੇ ਉਹ 25 ਜੂਨ 1932 ਨੂੰ ਪਿੰਡ ਆਏ। ਆਲੇ ਦੁਆਲੇ ਦਿਨ ਤਾਂ ਰਹੇ, ਰਾਤ ਨੂੰ ਪਿੰਡ ਦੇ ਵਿੱਚ ਆ ਕੇ ਉਹਨਾਂ ਨੇ ਉਹ ਗਰਮੀਆਂ ਦੇ ਦਿਨ ਸਨ ਤੇ ਉਹ ਮੱਲ ਸਿੰਘ ਦੇ ਪਾਵੇ ਦੇ ਵਿੱਚ ਉਹ ਗੋਲੀ ਮਾਰੀ ਤੇ ਔਰ ਉਹ ਮੱਲ ਸਿੰਘ ਕੁਛ ਚਿਰ ਤਾਂ ਬਹੁਤਾ ਚਿਰ ਉਹ ਲੰਬੜਦਾਰੀ ਨਹੀਂ ਕਰ ਸਕਿਆ। ਕੁਛ ਚਿਰ ਉਹ ਦਹਿਸ਼ਤ ਦੇ ਨਾਲ ਹੀ ਕੁਛ ਚਿਰ ਜਿਉਂਦਾ ਰਹਿ ਕੇ ਮੱਲ ਸਿੰਘ ਇਹ ਮਰ ਗਿਆ। ਤੇ ਹਾਂ, ਉਹ 25 ਜੂਨ ਦੇ ਵਿੱਚ ਇਸ ਵੇਲੇ ਇਹ ਪਿੰਡ ਦੇ ਵਿੱਚ ਇਹ ਗੋਲੀ ਚੱਲੀ ਤਦ ਉਹ ਬਲਾਚੌਰ ਦੀ ਤੇ ਹੋਰ ਪੁਲਿਸ ਨੂੰ ਹਲ ਕਰਦੀ ਪਿੰਡਾਂ ਦੇ ਵਿੱਚ ਘੁੰਮਣ ਲੱਗ ਪਈ। ਬਬਰ ਸਾਹਿਬ ਤਾਂ ਹੱਥ ਨਹੀਂ ਆਏ। ਬਬਰ ਸਾਹਿਬ ਦੇ ਲੜਕੇ ਅਮਰ ਸਿੰਘ ਨੂੰ ਉਹ ਗ੍ਰਿਫਤਾਰ, ਮੇਰੇ ਪਿਤਾ ਜੀ ਸਨ। ਉਹਦੇ ਵਿੱਚ ਪਿੰਡ ਦੇ ਵਿੱਚ ਇੱਕ ਦੂਜਾ ਲੰਬੜਦਾਰ ਸੀਗਾ ਹਾਕਮ ਰਾਏ ਪੁੱਤਰ ਬੱਗੂ। ਉਹਦੀਆਂ ਗਵਾਹੀਆਂ ਦੇ ਆਧਾਰ ਦੇ ਉੱਤੇ ਹੀ ਉਹ ਬਬਰ ਸਾਹਿਬ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਸੀਗੀ, ਉਹ ਉਸਨੇ ਦਿੱਤੀ ਸੀਗੀ। ਤੇ ਉਹ ਉਸਨੇ ਬਬਰ ਸਾਹਿਬ ਦੇ ਪੁੱਤਰ ਅਮਰ ਸਿੰਘ ਨੂੰ, ਮੇਰੇ ਪਿਤਾ ਜੀ ਨੂੰ, ਇਸ ਤਗਾਸ਼ਾ 26 ਜੂਨ ਨੂੰ ਪੁਲਿਸ ਦੇ ਕੋਲ ਕੀਤਾ ਕਿ ਬਬਰ ਦਾ ਲੜਕਾ ਅਮਰ ਸਿੰਘ 19-20 ਸਾਲ ਦਾ ਲੜਕਾ ਹੋਵੇਗਾ ਉਸ ਵੇਲੇ, ਤੇ ਮੈਨੂੰ ਧਮਕੀਆਂ ਦੇ ਰਿਹਾ ਹੈਗਾ ਕਿ ਮੈਂ ਤੈਨੂੰ, ਤੇਰਾ ਵੀ ਮੱਲ ਸਿੰਘ ਮੰਗਰੋਂ ਤੇਰਾ ਵੀ ਖਾਤਮਾ ਕਰ ਦੇਣਾ ਹੈਗਾ ਹੈ। ਇਸੇ ਤਗਾਸ਼ੇ ਦੇ ਆਧਾਰ ਤੇ ਅਮਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਨਾਲ ਹੀ ਮੇਰੀ ਮਾਤਾ ਜੀ ਸਵਰਨ ਕੌਰ ਨੂੰ ਵੀ ਉਹ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਲੈ ਗਏ। ਮੀਆਂ ਸਿੰਘ ਗੜੀ ਕਾਨੂੰਗੋਆਂ ਦਾ ਦੂਰ ਦਾ ਰਿਸ਼ਤੇਦਾਰ ਸੀ। ਉਸ ਨੂੰ ਵੀ ਕੋਈ ਪਤਾ ਨਹੀਂ ਸੀਗਾ, ਪੁਲਿਸ ਨੂੰ ਵੀ ਕੋਈ ਪਤਾ ਨਾ ਸੀਗਾ ਕਿ ਬਬਰ ਰਤਨ ਸਿੰਘ ਕਿੱਥੇ ਰਹਿ ਰਿਹਾ ਹੈਗਾ। ਤੇ ਉਸ ਨੂੰ
ਇਹ ਹੁਸ਼ਿਆਰਪੁਰ ਜਾ ਕੇ ਅਮਰ ਸਿੰਘ ਨੂੰ ਮਿਲਣ ਕਰਕੇ ਉੱਥੋਂ ਅਮਰ ਸਿੰਘ ਤੋਂ ਹੀ ਪਤਾ ਲੱਗ ਗਿਆ ਕਿ ਇਹ ਰੁੜਕੀ ਖਾਸ ਰਹਿ ਰਿਹਾ। ਅੱਛਾ, ਮੁਖਬਰੀ ਕੀਤੀ ਉਹਨਾਂ ਨੇ। ਹਾਂ, ਅਮਰ ਸਿੰਘ ਤੋਂ ਪਤਾ ਲੱਗ ਗਿਆ, ਲੇਕਿਨ ਉਹਦਾ ਕਿਸ ਤਰ੍ਹਾਂ ਪੇ ਅਮਰ ਸਿੰਘ ਨੇ ਕਿਹਾ ਕਿ ਤੂੰ ਉਹਨਾਂ ਤੈਨੂੰ ਇਸ ਤਰ੍ਹਾਂ ਦਾ ਹੀ ਨਹੀਂ ਮਿਲਣਾ। ਉਹਦੇ ਰੁੜਕੀ ਦੇ ਲਾਗੇ ਪਨਾਮ ਦੇ ਵਿੱਚ ਇੱਕ ਬੁੰਗਾ ਹੈ, ਉੱਥੇ ਵੀ ਅਮਰ ਸਿੰਘ ਨਾਂ ਦਾ ਹੀ ਇੱਕ ਵਿਅਕਤੀ ਹੈ, ਇਨਕਲਾਬੀ ਹੈ। ਉਹਨਾਂ ਦਿਨਾਂ ਦੇ ਵਿੱਚ ਜੰਗਲ ਹੁੰਦੇ ਸਨ, ਉਹ ਬੁੰਗੇ ਆ, ਉਹਦਾ ਜੰਗਲ ਦੇ ਵਿੱਚ ਸੀਗਾ, ਤੂੰ ਉਹਨੂੰ ਮਿਲਣੇ ਤੇ ਉਹ ਤੈਨੂੰ ਬੱਬਰ ਬਾਰੇ ਉਹ ਦੱਸ ਸਕਦਾ ਹੈ। ਉਹ ਬੁੰਗੇ ਆਇਆ, ਉਹਨੂੰ ਨਾਲ ਲਿਆ, ਨਾਲ ਲੈ ਕੇ ਗੋਂਦਾ ਸਿੰਘ ਉਹਨਾਂ ਦੇ ਉਹ ਘਰ ਦੇ ਵਿੱਚ ਪੁੱਜਿਆ। ਉਸ ਦਿਨ ਤੱਕ ਗੋਂਦਾ ਸਿੰਘ ਹੁਣੀ ਇਹ ਟਾਲ ਦਿੱਤਾ ਗਿਆ, ਜਿਨ੍ਹਾਂ ਦੇ ਘਰ ਦੇ ਵਿੱਚ ਬੱਬਰ ਸਾਹਿਬ ਠਹਿਰਿਆ ਹੋਇਆ ਸੀਗਾ ਕਿ ਅੱਜ ਉਹ ਹੈ ਨਹੀਂ। ਉਹ ਵਾਪਸ ਆ ਗਏ, ਲੇਕਿਨ ਦੂਜੇ ਦਿਨ ਉਹ ਫਿਰ ਲੈ ਕੇ ਚਲਾ ਗਿਆ। ਉਹ ਰਤਨ ਸਿੰਘ ਨੂੰ ਇਹ ਆਖਿਆ ਗਿਆ, ਕਿਉਂਕਿ ਉਹਨਾਂ ਦਾ ਲੜਕਾ ਅਮਰ ਸਿੰਘ ਜੇਲ੍ਹ ਦੇ ਵਿੱਚ ਸੀਗਾ, ਕਿ ਮੈਂ ਤੇਰੇ ਲੜਕੇ ਦੀ ਜ਼ਮਾਨਤ ਕਰਵਾ ਦਿੰਦਾ। ਤੇ ਉਹ ਬੱਬਰ ਸਾਹਿਬ ਉਹਦੇ ਉੱਤੇ ਬਹੁਤ ਇਤਵਾਰ ਕਰਦੇ ਸਨ, ਲੇਕਿਨ ਰੁੜਕੀ ਦੇ ਲੋਕਾਂ ਨੂੰ, ਖਾਸ ਕਰ ਇੱਕ ਹਜ਼ਾਰਾ ਸਿੰਘ ਹੋਇਆ ਹੈ ਤੇ ਉਹਦੀ ਇਹ ਸਟੇਟਮੈਂਟ ਡਾਕਟਰ ਬਖਸ਼ੀਰ ਸਿੰਘ ਨਿੱਜਰ ਨੇ ਆਪਣੀ ਕਿਤਾਬ ਦੇ ਵਿੱਚ ਉਹ ਲਿਖੀ ਹੈ, ਹੁਣ ਤਾਂ ਖਤਮ ਹੋ ਗਿਆ। ਤੇ ਉਸਨੇ ਵੀ ਇਹ ਕਿਹਾ ਹੈ ਕਿ ਬੱਬਰ ਸਾਹਿਬ ਇਹਦੇ ਉੱਤੇ ਤੁਸੀਂ ਇਤਵਾਰ ਨਾ ਕਰੋ, ਲੇਕਿਨ ਬੱਬਰ ਸਾਹਿਬ ਨੇ ਇਤਵਾਰ ਕੀਤਾ ਹੈਗਾ। ਉਹਨੂੰ ਕੁਛ ਰੁੜਕੀ ਵਾਲਿਆਂ ਨੇ ਜ਼ਮਾਨਤ ਕਰਾਉਣ ਲਈ ਪੈਸੇ ਵੀ ਦਿੱਤੇ। ਉਹ ਉੱਥੋਂ ਵਾਪਸ ਹੁਸ਼ਿਆਰਪੁਰ ਚਲਾ ਗਿਆ ਜ਼ਮਾਨਤ ਕਰਾਉਣ ਦੀ ਥਾਂ। SP ਹੁਸ਼ਿਆਰਪੁਰ, ਤੇ ਉਹ ਮੈਨੂੰ ਹੁਣ SP ਦਾ ਨਾਂ ਕੋਈ ਅਹਿਮਦ ਹੈ ਕਿਤਾਬ ਦੇ ਵਿੱਚ। ਕਦੋਂ ਮੁਕਾਬਲਾ ਹੋਇਆ ਸੀ, ਕਦੋਂ ਗਿਫਟ ਵਿੱਚ ਆਏ ਜੀ ਆਪਣੀ, ਕਦੋਂ ਮੁਕਾਬਲਾ ਹੋਇਆ ਬੱਬਰ ਸਾਹਿਬ ਦਾ ਜੀ? 15 ਜੁਲਾਈ 1932 ਨੂੰ 1 ਵਜੇ ਦੇ ਕਰੀਬ ਗੋਂਦਾ ਸਿੰਘ ਦੇ ਘਰ ਦੁਪਹਿਰ ਦਾ ਸੀਗਾ। ਉਸ ਵੇਲੇ ਉਹਨਾਂ ਨੇ ਪੂਰੀ ਦਸਤਾਰ ਵੀ ਨਾ ਸਜਾਈ, ਛੋਟੀ ਦਸਤਾਰ ਜਿਸ ਨੂੰ ਕਹਿੰਦੇ ਸੀਗੇ। ਉਸ ਵੇਲੇ ਉਹ ਪੁਲਿਸ ਨੇ ਘੇਰਾ ਉਹ ਪਾਇਆ, ਤੇ ਜਿਸ ਦੇ ਵਿੱਚ 600 ਪੈਦਲ ਪੁਲਿਸ, ਜਿਹੜੀ ਕਿ ਬੱਸਾਂ ਦੇ ਵਿੱਚ, ਕਾਰਾਂ, ਜੀਪਾਂ ਦੇ ਵਿੱਚ ਉਹ ਅਲਾਚੌਰ ਵਾਲੇ ਰਸਤਿਓਂ ਆਈ ਹੈ, ਤੇ ਜਿਹੜੇ ਉਹ ਬਾਕੀ ਘੋੜਸਵਾਰ ਦੇ 200 ਦੇ ਕਰੀਬ, ਪੁਲਿਸ ਦੇ 200 ਕਰੀਬ ਕਰਸਾਲਾ ਘੋੜਸਵਾਰ, ਇਹ ਅਲਾਚੌਰ ਪਾਸਿਓਂ ਆ ਕੇ ਪਹਿਲਾਂ ਇਹਨਾਂ ਨੇ ਪਿੰਡ ਰੁੜਕੀ ਨੂੰ 4 ਚੁਫੇਰੇ ਘੇਰਾ ਪਾ ਲਿਆ ਗਿਆ, ਤੇ ਪਿੰਡ ਦੇ ਦੂਜੀ ਪੁਲਿਸ ਨੇ ਪਿੰਡ ਦੇ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰਤਾ, ਕੁੱਟ ਮਾਰ ਕੇ ਪਿੰਡ ਖਾਲੀ ਕਰ ਦਿਓ। ਤੇ ਗੁਰਚਰਨ ਸਿੰਘ ਬੈਦ ਹੋਇਆ ਜਿਸ ਨੇ ਇਹ ਸਾਰਾ ਅੱਖੀਂ ਸਾਰਾ ਕੁਝ ਲਿਖਿਆ ਹੈ, ਤੇ ਜਿਹਦੀ ਆ ਪੁਸਤਕ ਬੱਬਰ ਅਕਾਲੀ ਰਤਨ ਸਿੰਘ ਰੱਖੜ ਦਾ ਸੰਘਾਊਪਨ ਮੈਂ ਸੰਪਾਦਿਤ ਕੀਤੀ ਹੈ। ਉਹਦੇ ਵਿੱਚ ਉਹ ਆਈ ਵਿਟਨੈਸ ਬਣਿਆ। ਉਸਨੇ ਪੁਲਿਸ ਨੂੰ ਕਿਹਾ ਵੀ ਕੁੱਟ ਦੇ ਲੋਕਾਂ ਨੂੰ ਕਿਉਂ, ਇਹ ਆਪੇ ਚਲੇ ਜਾਣਗੇ। ਸਾਰਾ ਪਿੰਡ ਖਾਲੀ ਹੋ ਗਿਆ, ਜਨਾਨੀਆਂ ਤੇ ਬੱਚੇ ਵਗੈਰਾ। ਕਿੰਨੇ ਕੁ ਘਰਾਂ ਨੂੰ ਅੱਗ ਲਾਈ ਗਈ? ਕਿੰਨੇ ਕੁ ਮਕਾਨਾਂ ਨੂੰ ਅੱਗ ਲਾਈ ਸੀ? ਤੋਂ ਕੁਝ 7 ਦੇ ਕਰੀਬ ਮਕਾਨ ਦੱਸ ਰਹੇ ਹੈਗੇ। 7 ਦੇ ਕਰੀਬ ਮਕਾਨਾਂ ਨੂੰ, ਪਹਿਲਾਂ ਗੋਂਦਾ ਸਿੰਘ ਦੇ ਮਕਾਨ ਨੂੰ ਅੱਗ ਲਾਈ ਗਈ ਹੈ। ਉਹਨਾਂ ਦਿਨਾਂ ਦੇ ਵਿੱਚ ਮਕਾਨ ਵੀ ਉਹ ਕੱਚੀਆਂ ਕੰਧਾਂ ਦੇ ਹੁੰਦੇ ਸੀਗੇ। ਬੱਬਰ ਸਾਹਿਬ ਕੋਲ ਸੱਬਲ ਵਗੈਰਾ ਕੋਈ ਪਹਿਲਾਂ ਹੀ ਕੋਈ ਤਿਆਰੀ ਕੀਤੀ ਹੋਈ ਹੋਏਗੀ। ਉਹ ਸੱਬਲ ਦੇ ਨਾਲ ਉਹ ਕੰਧ ਪਾੜ ਕੇ ਦੂਜੇ ਮਕਾਨ ਜਾਂਦੇ, ਦੂਜੇ ਤੋਂ ਤੀਜੇ ਜਾਂਦੇ ਰਹੇ। ਤੇ ਇਸ ਕਰਕੇ ਉਹਨਾਂ ਦਿਨਾਂ ਦੇ ਵਿੱਚ ਮਕਾਨ ਕੱਚੇ ਹੁੰਦੇ ਸੀਗੇ। ਉੱਪਰ ਕੜੀਆਂ ਹੁੰਦੀਆਂ ਸੀਗੀਆਂ, ਸਰਵਾੜ ਇਸ ਤਰ੍ਹਾਂ ਦਾ ਉਹ ਪਾਇਆ ਹੁੰਦਾ ਸੀਗਾ, ਘਾਹ ਫੂਸ ਜਿਹਾ, ਉਹ ਜਿਹਨਾਂ ਨੂੰ ਸਰਕੰਡਾ ਕਹਿੰਦੇ ਹੈਗੇ ਆ, ਉਹ ਪਾਇਆ ਹੋਇਆ ਸੀਗਾ। ਉੱਪਰ ਮਿੱਟੀ ਪਾਤੀ ਜਾਂਦੀ ਸੀਗੀ, ਤੇ ਉਹ ਜਦੋਂ ਪੁਲਿਸ ਦੀ ਉਹ ਪੇਸ਼ ਨਹੀਂ ਸੀ ਜਾਂਦੀ, ਤੇ ਉਸ ਵੇਲੇ ਉਹ ਅੱਗ ਲਾਉਣ ਦਾ ਹੁਕਮ ਉਹ ਪੁਲਿਸ ਨੇ ਦਿੱਤਾ ਹੈ। ਬੱਬਰ ਸਾਹਿਬ ਉਸੇ ਗੋਲੀਆਂ ਸ਼ਹੀਦ ਹੋਏ ਕਿ ਆਪ ਗੋਲੀ ਲਾਈ ਮਾਰੀ ਸਰ? ਉਹ ਗੁਰਚਰਨ ਸਿੰਘ ਬੈਦ ਜਿਹੜੇ ਘੁੰਮ ਘੁਮਾ ਕੇ ਸਾਰੀ ਉਸ ਦਿਨ ਦੀ ਜਿਨ੍ਹਾਂ ਨੇ ਇਹ ਕਵਰੇਜ ਕੀਤੀ ਹੈ, ਇਹ ਉਸ ਵੇਲੇ ਦੇ ਉਹ ਬੜੀ ਉਹਨਾਂ ਦੀ ਬੜੀ ਬਹਾਦਰੀ ਹੈ ਕਿ ਵਰਦੀਆਂ ਗੋਲੀਆਂ ਦੇ ਵਿੱਚ ਇੰਨੇ ਖਤਰਨਾਕ ਹਾਲਾਤ ਦੇ ਵਿੱਚ ਉਹ ਘੁੰਮ ਘੁਮਾ ਕੇ ਸਾਰਾ ਕੁਝ ਦੇਖ ਰਹੇ ਸਨ। ਜਿਸ ਵੇਲੇ ਉਹ ਇੱਕ ਮਕਾਨ ਤੋਂ ਦੂਜੇ ਮਕਾਨ, ਦੂਜੇ ਮਕਾਨ ਤੋਂ ਤੀਜੇ ਮਕਾਨ, ਆਖਰ ਸ਼ਾਇਦ ਕੋਈ ਪੱਕੀ ਕੰਧ ਆ ਗਈ ਹੈਗੀ ਹੈ, ਉਹ ਸੜਿਆ ਹੋਇਆ ਮਕਾਨਾਂ ਦੇ ਵਿੱਚੋਂ ਹੀ ਵਾਪਸ ਉਸੇ ਤਰ੍ਹਾਂ ਉਹ ਬਾਹਰ ਨਿਕਲ ਕੇ ਆਏ ਹੈਗੇ ਆ। ਤੇ ਬਾਹਰ ਨਿਕਲ ਕੇ ਇੱਕ ਉਹ ਮਕਾਨ ਆਉਂਦਾ ਹੈ ਜਿੱਥੇ ਕੋਈ ਇਹਨਾਂ ਦਾ ਰੁੜਕੀ ਖਾਸ ਦਾ ਕੋਈ ਦਰਵਾਜ਼ਾ ਵਗੈਰਾ ਹੋਵੇਗਾ, ਕਿਸੇ ਦੀ
ਦੂਜੀ ਮੰਜ਼ਿਲ ਤੇ ਜਿਸ ਨੇ ਪੁਲਿਸ ਵਗੈਰਾ ਨੇ ਮੋਰਚਾ ਲਾਇਆ ਹੋਇਆ ਸੀਗਾ ਤੇ ਮਕਾਨਾਂ ਦੇ ਉੱਤੇ ਵੀ ਪੁਲਿਸ ਚੜੀ ਹੋਈ ਸੀਗੀ ਤੇ ਉਹ ਗਲੀਆਂ ਦੇ ਵਿੱਚੋਂ ਹੁੰਦੇ ਹੋਏ ਲੇਕਿਨ ਕਿਸੇ ਦੀ ਕੋਈ ਹਿੰਮਤ ਨਹੀਂ ਪਈ ਉਹਨਾਂ ਦੇ ਉੱਤੇ ਕੋਈ ਕੁੜੀਆਂ ਪੁਲਿਸ ਜਿਹੜੀ ਹੈਗੀ ਉਹਨਾਂ ਨੂੰ ਦੇਖ ਕੇ ਭੱਜ ਗਈ। ਉਹ ਵੀ ਉਹ ਗੁਰਚਰਨ ਸਿੰਘ ਮਹਿਦ ਲਿਖ ਰਿਹਾ ਹੈ ਕਿ ਬਾਅਦ ਦੇ ਵਿੱਚ ਉਹ ਪੁਲਿਸ ਆਪ ਆਪਣੀਆਂ ਗੱਲਾਂ ਇਹ ਦੱਸਦੇ ਸੀਗੇ। ਹਾਂ, ਇੱਕ ਮਕਾਨ ਦੇ ਉੱਤੋਂ ਗੋਲੀ ਜ਼ਰੂਰ ਉਹਨਾਂ ਦੇ ਉੱਤੇ ਚੱਲੀ ਹੈ ਲੇਕਿਨ ਉਹ ਗੁਰਚਰਨ ਸਿੰਘ ਗੈਲ ਲਿਖ ਲਿਆ ਹੈਗਾ ਕਿ ਉਹ ਗੋਲੀ ਉਹਨਾਂ ਦੇ ਪੈਰਾਂ 'ਚ ਆ ਕੇ ਡਿੱਗੀ ਹੈ। ਤੇ ਉਸ ਤੋਂ ਅੱਗੇ ਉਹ ਜਿਹੜਾ ਹੈ ਇੱਕ ਗਲੀ ਦੇ ਵਿੱਚੋਂ ਹੁੰਦੇ ਹੋਏ ਉਹ ਬਰਿਆਮੇ ਦਾ ਵਿਹੜੇ ਦੇ ਵਿੱਚੋਂ ਉਸ ਵੇਲੇ ਕੋਈ ਚਾਰ ਦੀਵਾਰੀ ਤਾਂ ਨਹੀਂ ਹੁੰਦੀ ਸੀਗੀ, ਵਿਹੜੇ ਦੇ ਵਿੱਚੋਂ ਲੰਘ ਰਹੇ ਸੀਗੇ। ਇੱਕ ਬੱਚਾ ਸੀਗਾ, ਉਹਨਾਂ ਦੇ ਨਾਲ ਉਹ ਠੇਡਾ ਖਾ ਕੇ ਬੱਚਾ ਉਹ ਡਿੱਗ ਪਿਆ। ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸੀਗੇ, ਉਹਨਾਂ ਨੇ ਬੱਚੇ ਨੂੰ ਚੁੱਕਿਆ, ਇਹ ਕਿਹਾ ਕਿ ਉਹ ਤੂੰ ਡਿੱਗਦਾ ਕਿਉਂ ਹੈ, ਤੂੰ ਤਾਂ ਦੇਸ਼ ਗਦਾਰਾਂ ਨੂੰ ਤੇ ਦੇਸ਼ ਦੁਸ਼ਟਾਂ ਨੂੰ ਤੈਂ ਸੋਧਣਾ ਹੈ। ਫਿਰ ਕੋਈ ਅੱਗੇ ਆ ਕੇ ਇੱਕ ਹੋਰ ਵਿਹੜਾ ਆਉਂਦਾ ਸੀਗਾ ਪ੍ਰਤਾਪੇ ਦਾ, ਪ੍ਰਤਾਪੇ ਦੀ ਕਿੰਨੇ ਕੁ ਵਜੇ ਸ਼ਹੀਦ ਹੋਏ ਜੀ ਉਹ? ਹੋਣਹਾਰ ਲੜਕੀ ਸੀਗੀ। ਇਹ ਕੋਈ 1 ਵਜੇ ਦੇ 1:30 ਵਜੇ ਦੇ ਮੁਕਾਬਲਾ ਸ਼ੁਰੂ ਹੋਇਆ ਜਿਹੜਾ ਕਿ 8 8:30 ਦੇ ਕਰੀਬ ਰਿਹਾ। ਉਹ ਟੋਏ ਦੇ ਵਿੱਚ ਚਲਾ ਗਿਆ। ਉਸ ਲੜਕੀ ਦਾ ਇਹ ਚਸ਼ਮਦੀਦ ਗਵਾਹ ਹੈ। ਉਹ ਹੁਣ ਇੱਕ ਨਵੀਂ ਪੁਸਤਕ ਛਪੀ ਹੈ। ਉਹ ਉਸ ਵੇਲੇ ਦੀ ਤਾਂ ਨਹੀਂ ਫੋਟੋ, ਬਾਅਦ ਦੀ ਉਸ ਲੜਕੀ ਦੀ ਫੋਟੋ ਹੈ ਜਿਸ ਨੇ ਉਹ ਜਿਸ ਵੇਲੇ ਬਾਬਰ ਸਾਹਿਬ ਟੋਏ ਦੇ ਵਿੱਚ ਗਏ ਸੀਗੇ ਉਸ ਨੇ ਤਾਂ ਪੁਲਿਸ ਦਾ ਸਿਪਾਹੀ ਸਮਝਿਆ, ਉਹਦੇ ਕੋਲ ਚਲੇ ਗਏ, ਸੇਵਾ ਪੁੱਛੀ ਹੈਗੀ ਹੈ ਤੇ ਔਰ ਉਸਨੇ ਉਹ ਉਸ ਲੜਕੀ ਦੇ ਨਾਲ ਉਹ ਗੱਲਾਂ ਕੀਤੀਆਂ। ਲੜਕੀ ਨੂੰ ਉਸਨੇ ਬਾਬਰ ਸਾਹਿਬ ਨੇ ਕਿਹਾ ਕਿ ਹੁਣ ਮੇਰਾ ਉਹ ਆਖਰੀ ਵਕਤ ਆ ਗਿਆ ਹੈ, ਤੂੰ ਪਿੰਡ ਦੇ ਲੋਕਾਂ ਨੂੰ ਮੇਰਾ ਇਹ ਸੁਨੇਹਾ ਦੇ ਦੇ। ਉਹ ਕਿਤਾਬ ਦੇ ਵਿੱਚ ਉਹ ਸੁਨੇਹਾ ਉਹ ਛਪ ਗਿਆ ਵੀ ਮੈਂ 1.5 ਮਹੀਨੇ ਤੁਸੀਂ ਮੇਰੀ ਬੜੀ ਤੁਸੀਂ ਸੇਵਾ ਕੀਤੀ ਹੈ ਤੇ ਦੇਸ਼ ਭਗਤਾਂ ਦਾ ਪਿੰਡ ਹੈ, ਬਸਦਾ ਰਹੇ। ਤੇ ਉਸ ਲੜਕੀ ਤੇ ਉਹ ਫਿਰ ਬਾਬਰ ਸਾਹਿਬ ਨੇ ਆਪਣੀ ਬੰਦੂਕ ਦਾ ਹੀ ਘੋੜਾ ਦਵਾ ਕੇ ਉਹ ਸ਼ਹਾਦਤ ਪ੍ਰਾਪਤ ਕੀਤੀ ਹੈ। ਲੇਕਿਨ ਸ਼ਹੀਦ ਹੋਣ ਵੇਲੇ ਵੀ ਪੁਲਿਸ ਉਹਨਾਂ ਦੇ ਨੇੜੇ ਨਹੀਂ ਆਈ। ਲੋਕਾਂ ਨੂੰ ਇਹ ਕਿਹਾ ਹੈ ਕਿ ਦੇਖੋ ਰਤਨ ਸਿੰਘ ਕੀ ਹੈ, ਪੈਸਾ ਲੈ ਰਿਹਾ, ਕਿਤੇ ਮਕਰਾ ਨਾ ਹੋ ਗਿਆ ਹੋਵੇ। ਪੁਲਿਸ ਨੂੰ ਇਹ ਸ਼ੱਕ ਸੀਗੀ ਕਿ ਕਿਤੇ ਧੰਨਾ ਸਿੰਘ ਬਾਬਰ ਮੰਗਰੋਂ ਇਹਦੇ ਕੋਲ ਕੋਈ ਬੰਬ ਵਗੈਰਾ ਨਾ ਹੋਣ, ਉਹ ਚਲਾ ਨਾ ਦੇਵੇ। ਤੇ ਇਹ ਉਹ ਲੜਕੀ ਦੀ ਗਵਾਹੀ ਹੈਗੀ ਹੈ, ਆਈ ਵਿਟਨੈਸ ਦੀ ਗਵਾਹੀ ਹੈ। ਚਸ਼ਮਦੀਦ ਦੀ ਲੜਕੀ ਦਾ ਨਾਮ ਕੀ ਹੈ ਜਿਹਦਾ? ਉਹਦਾ ਨਾਂ ਕਰਮਕੌਰ। ਪਹਿਲਾਂ ਮੈਨੂੰ ਨਹੀਂ ਸੀ ਪਤਾ, ਆ ਥੋੜ੍ਹੇ ਦਿਨਾਂ ਦੇ ਵਿੱਚ ਹੀ ਮੈਨੂੰ ਇਹ ਪੁਸਤਕ ਰੁੜਕੀ ਵਾਲੇ ਦੇ ਕੇ ਗਏ ਹੈ। ਇਹ ਗੁਮਨਾਮ ਸ਼ਹੀਦਾਂ ਦਾ ਪਿੰਡ ਰੁੜਕੀ ਖਾਸ, ਉਹਦੇ ਵਿੱਚ ਉਹ ਪ੍ਰਤਾਪੇ ਦੀ ਭਤੀਜੀ, ਸ਼ਾਇਦ ਭਤੀਜੀ ਹੈ ਲੱਗਦੀ ਪ੍ਰਤਾਪੇ ਦੀ। ਪ੍ਰਤਾਪਾ ਕੌਣ ਸੀ? ਪ੍ਰਤਾਪਾ ਪਿੰਡ ਦਾ ਕੋਈ ਵਿਅਕਤੀ ਸੀਗਾ, ਪ੍ਰਤਾਪੇ ਦਾ ਨਾਂ ਹੈ। ਉਹਦੀ ਹੁੰਦੜਹੇੜ ਲੜਕੀ, ਮਤਲਬ ਨੌਜਵਾਨ 16 ਸਾਲ ਦੀ ਹੋਏਗੀ ਲੜਕੀ। ਉਹਦੀ ਇਹ ਆਈ ਵਿਟਨੈਸ ਹੈ। ਬਾਅਦ ਦੇ ਵਿੱਚ ਜਦੋਂ ਉਹ ਸ਼ਹੀਦ ਹੋ ਗਏ ਉਸ ਵੇਲੇ ਉਹ ਪੁਲਿਸ ਨੇ ਉਹ ਆਪਣਾ ਭਰੋਸਾ ਕਰਨ ਵਾਸਤੇ, ਦੇਖਣ ਵਾਸਤੇ ਵੀ ਕਿਤੇ ਤਾਂ ਗੋਲੀਆਂ ਚਲਾਈਆਂ ਪੁਲਿਸ ਨੇ। ਪਹਿਲੀਆਂ ਗੋਲੀਆਂ ਨਿਸ਼ਾਨੇ ਤੇ ਨਹੀਂ ਲੱਗੀਆਂ, ਦੁਬਾਰਾ ਹੁਕਮ ਹੋਇਆ, ਦੁਬਾਰਾ ਫਿਰ ਗੋਲੀਆਂ ਚਲੀਆਂ। ਜਦੋਂ ਹਿਲਜੁਲ ਨਹੀਂ ਹੋਈ ਉਸ ਵੇਲੇ ਪੁਲਿਸ ਉਹਦੇ ਨੇੜੇ ਗਈ। ਇਹ ਲੋਕਾਂ ਦਾ ਕਹਿਣਾ ਹੈਗਾ ਕਿ ਉਹ ਆਪਣੀ ਗੋਲੀ ਨਾਲ ਸ਼ਹੀਦ ਹੋਏ ਆ। ਉਸ ਲੜਕੀ ਦੀ ਚਸ਼ਮਦੀਦ ਗਵਾਹੀ ਦੇ ਆਧਾਰ ਦੇ ਉੱਤੇ ਪੁਲਿਸ ਕਹਿ ਰਹੀ ਹੈ ਸਾਡੀ ਗੋਲੀ ਨਾਲ ਹੋਇਆ। ਜਦੋਂ ਆਪਣੀ ਬਾਬਾ ਸਾਹਿਬ ਸ਼ਹੀਦ ਹੋਏ ਤੁਸੀਂ 3 ਸਾਲ ਦੀ ਸੀ ਉਦੋਂ? ਹਾਂਜੀ। ਮੈਂ ਤਾਂ ਜਨਮ 15 ਸਾਲ। ਨਹੀਂ, ਜਦੋਂ ਸ਼ਹੀਦ ਹੋਏ ਤੇ ਤੁਹਾਡਾ ਜਨਮ ਕਦੋਂ ਹੋਇਆ? ਫਿਰ ਮੇਰਾ ਤਾਂ 15/10/1937 ਦਾ 5 ਸਾਲ ਬਾਅਦ। ਇਹ ਮੈਂ ਬਚਪਨ ਤੋਂ ਹੀ ਆਪਣੀ ਮਾਤਾ ਜੀ ਤੋਂ ਇਹ ਕਹਾਣੀਆਂ ਸੁਣਦਾ ਰਿਹਾ, ਕੁਝ ਲੋਕਾਂ ਤੋਂ ਸੁਣਦਾ ਰਿਹਾ। ਮੇਰੇ ਪਰ ਇਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਰਿਹਾ ਤੇ ਮੇਰੇ ਦਿਮਾਗ ਦੇ ਵਿੱਚ ਇਹ ਇੱਦਾਂ ਦਾ ਉਹ ਹੈ ਵੀ ਜਿਵੇਂ ਮੇਰੀ ਤਾਂ ਜਿਵੇਂ ਗੋਲੀਆਂ ਚੱਲਦੀਆਂ, ਬੰਬ ਚੱਲਦੇ ਆ, ਫੌਜਾਂ ਲੜਾਈਆਂ ਕਰਦੀਆਂ, ਇੱਦਾਂ ਦਾ ਮੇਰਾ ਜਿਹਾ ਪੈ ਗਿਆ। ਮੈਂ ਉਹਨਾਂ ਤੋਂ ਬਾਅਦ ਸ਼ਹਾਦਤ ਤੋਂ ਬਾਅਦ ਫਿਰ ਵੀ ਤੁਹਾਨੂੰ ਤੰਗ ਕੀਤਾ ਪੁਲਿਸ ਨੇ ਬਾਅਦ ਚੋਂ ਉਸ ਸਮੇਂ ਦੀ ਗੌਰਮੈਂਟ ਨੇ, ਤੁਹਾਡੀ ਫਾਦਰ ਨੂੰ, ਬਾਕੀਆਂ ਨੂੰ? ਉਹ ਤਾਂ ਬਾਬਰ ਸਾਹਿਬ ਨੂੰ ਉਹਦੇ ਸ਼ਹਾਦਤ ਤੋਂ ਬਾਅਦ ਤੰਗ ਤਾਂ ਉਹ ਕਰਦੀ ਰਹੀ। ਲੇਕਿਨ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਅਨੰਦਪੁਰ ਸਾਹਿਬ ਉਹਨਾਂ ਨੂੰ ਗੁਰਦੁਆਰੇ ਲੈ ਗਈ ਆ। ਉਹ ਗੁਰਦੁਆਰੇ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਵੀ ਰਹੇ ਹੈ। ਤੁਹਾਡੇ ਪਿਤਾ ਜੀ? ਹੈਂ? ਤੁਹਾਡੇ ਪਿਤਾ ਜੀ? ਕੀ?
ਤੁਹਾਡੇ ਮੇਰੇ ਪਿਤਾ ਜੀ ਅਮਰ ਸਿੰਘ ਹਾਂਜੀ ਉਹ ਛੋਟੀ ਉਮਰ ਦੇ ਵਿੱਚ ਵੀ ਮੈਂ ਵੀ ਅਨੰਦਪੁਰ ਸਾਹਿਬ ਰਿਹਾ ਹੈਗਾ ਤੇ ਬਾਪੂ ਜੀ ਉਹ ਤਾਂ ਆਪਣਾ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਦੇ ਵੀ ਗ੍ਰੰਥੀ ਦੇ ਤੌਰ ਤੇ ਕੰਮ ਕਰਦੇ ਰਹੇ ਆ ਉੱਥੇ ਤੇ ਔਰ ਇਹ ਜੇ ਉਹ ਪਿੰਡ ਰਹਿੰਦੇ ਤਾਂ ਅੰਗਰੇਜ਼ ਸਰਕਾਰ ਦੇ ਟਾਊਟਾਂ ਨੇ ਜਾਂ ਅੰਗਰੇਜ਼ਾਂ ਨੇ ਮੇਰੇ ਪਿਤਾ ਜੀ ਨੂੰ ਖਤਮ ਕਰ ਦੇਣਾ ਸੀਗਾ। ਹੋ ਸਕਦਾ ਹੈ ਮੇਰਾ ਜਨਮ ਨਾ ਇੱਥੋਂ ਆ ਕੇ ਤੇ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਬਾਂਹ ਫੜੀ ਤੁਹਾਡੀ? ਕਿਸੇ ਸਰਕਾਰ ਦਾ ਕਿਸੇ ਪਾਰਟੀ ਦਾ ਕੋਈ ਬੰਦਾ ਇਸ ਘਰ ਦੇ ਵਿੱਚ ਖਬਰਸਾਰ ਲੈਣ ਲਈ ਅੱਜ ਤੱਕ ਨਹੀਂ ਆਇਆ। ਕਿਸੇ ਸਰਕਾਰ ਨੇ ਕੋਈ ਵੀ ਉਹ ਸਾਡੀ ਕਿਸੇ ਪ੍ਰਕਾਰ ਦੀ ਕੋਈ ਮਦਦ ਨਹੀਂ ਕੀਤੀ। ਹਾਂ, ਕੁਝ ਦੇਸ਼ ਭਗਤਾਂ ਨੂੰ ਉਹ ਆਜ਼ਾਦੀ ਘੁਲਾਟੀਆਂ ਨੂੰ ਹਿਸਾਰ ਦੇ ਵਿੱਚ ਕੁਝ ਮਰਬੇ ਜ਼ਮੀਨ ਦੇ ਤੇ ਜ਼ਰੂਰ ਦਿੱਤੇ ਗਏ। ਮੈਨੂੰ ਦੌਲਤਪੁਰ ਤੇ ਪਤਾ ਲੱਗਿਆ ਮੈਂ ਕੋਈ ਜ਼ਮੀਨ ਤਾਂ ਹੁਣ ਨਹੀਂ ਮਿਲ ਸਕਦੀ। ਮੈਂ ਇਹ ਅਪਲਾਈ ਕੀਤਾ ਬਾਪੂ ਜੀ ਦੇ ਨਾਂ ਦੇ ਉੱਤੇ ਇਹ ਆਪਣੀ ਉਹ ਆਜ਼ਾਦੀ ਉਹ ਘੁਲਾਟੀਆਂ ਦੇ ਪੋਲੀਟੀਕਲ ਸਫਰਸ ਵਾਸਤੇ ਜੋ ਸਰਕਾਰੀ ਮਹਿਕਮਾ ਸੀਗਾ ਚੰਡੀਗੜ੍ਹ ਨੂੰ, ਤੇ ਉਹਦੇ ਆਧਾਰ ਦੇ ਉੱਤੇ ਮੇਰੇ ਪਿਤਾ ਜੀ ਨੂੰ 50 ਰੁਪਏ ਦੀ ਪੈਨਸ਼ਨ ਤਾਂ ਉਸ ਵੇਲੇ ਉਹ ਲਾਤੀ ਗਈ ਹੈਗੀ ਆ। ਲੇਕਿਨ ਬਾਅਦ ਦੇ ਵਿੱਚ ਇੱਕ ਲੈਟਰ ਆਇਆ 1 ਸਾਲ ਦੇ ਵਿੱਚ ਉਹ ਪੈਨਸ਼ਨ ਸਾਰੀ ਉਹ ਪਿਤਾ ਜੀ ਨੂੰ ਮਿਲੀ ਹੈਗੀ ਆ। ਬਾਅਦ ਦੇ ਵਿੱਚ ਉਹ ਲੈਟਰ ਆਇਆ ਇੱਕ ਉਸ ਦੇ ਵਿੱਚ ਵੀ ਇਹ ਨੈਸ਼ਨਲ ਫੰਡ ਦੇ ਵਿੱਚੋਂ ਇਹ ਉਹ ਜਿਹੜੀ ਹੈ ਕਿ ਉਹਦਾ ਬਾਬਰ ਸਾਹਿਬ ਦੇ ਪੁੱਤਰ ਨੂੰ ਉਹਦੇ ਲੜਕੇ ਨੂੰ ਉਹ ਨਿਯਮਾਂ ਦੇ ਅਨੁਸਾਰ ਕੁਝ ਨਹੀਂ ਦਿੱਤਾ ਜਾ ਸਕਦਾ। ਹਾਂ, ਇਸ ਪਰਿਵਾਰ ਦੀ ਜੋ ਸੈਕਰੀਫਾਈਸ ਹੋਈ ਹੈ ਉਹਦੀ ਸ਼ਲਾਘਾ ਕਰਦੇ। ਬਹੁਤ 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 ਧੰਨਵਾਦ ਤੁਹਾਡਾ ਜੀ ਮਾਸਟਰ ਜੀ। ਤੇ ਬਹੁਤ ਬਹੁਤ ਇਹਨਾਂ ਨੇ ਖਜ਼ਾਨਾ ਸੰਭਾਲਿਆ ਭਾਜੀ ਸਾਹਿਤ ਦਾ, ਬਾਬਾ ਅਕਾਲੀ ਲਹਿਰ ਦਾ ਜੀ। ਤੇ ਜੁੜੇ ਰਹੋ ਅਜੀਤ ਵੈਬ ਟੀਵੀ ਨਾਲ। ਬਹੁਤ ਬਹੁਤ ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।